ਭਾਰਤ ਬੰਦ ਦਾ ਅਸਰ ਸਵੇਰ ਤੋਂ ਹੀ ਕਿਤੇ-ਕਿਤੇ ਦਿਖਾਈ ਦੇ ਰਿਹਾ ਹੈ। ਕਲਕੱਤਾ ਅਤੇ ਉੜੀਸਾ ਦੇ ਵਿੱਚ ਇਸ ਦੀ ਪਹਿਲੀ ਝਲਕ ਦੇਖਣ ਨੂੰ ਮਿਲੀ। ਭਾਰਤ ਬੰਦ ਦੀ ਵਜ੍ਹਾ ਦੇ ਨਾਲ ਪਬਲਿਕ ਟਰਾਂਸਪੋਰਟ, ਬੈਂਕਿੰਗ, ਕੰਮਕਾਜ ਅਤੇ ਐਜੂਕੇਸ਼ਨਲ ਇੰਸਟੀਟਿਊਸ਼ਨਲ ਤੇ ਬੁਰਾ ਅਸਰ ਪੈ ਸਕਦਾ ਹੈ। 10 ਟ੍ਰੇਡ ਯੂਨੀਅਨਾਂ ਦੇ ਜੁਆਇੰਟ ਫੋਰਮ ਨੇ ਕੇਂਦਰ ਸਰਕਾਰ ਦੀ ਪਾਲਿਸੀ ਦੇ ਵਿਰੁੱਧ ਵਿੱਚ ਦੇਸ਼ ਭਰ ਦੇ ਵਿੱਚ ਹੜਤਾਲ ਦਾ ਸੱਦਾ ਦਿੱਤਾ ਹੈ। ਇਸੇ ਨੂੰ ਹੀ ਭਾਰਤ ਬੰਦ ਦਾ ਨਾਮ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ 30 ਕਰੋੜ ਵਰਕਰਸ ਦੇ ਬੰਦ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਇਸ ਦੇ ਨਾਲ ਟਰਾਂਸਪੋਰਟ ਸਣੇ ਕਈ ਸੈਕਟਰਸ ਦੇ ਵਿੱਚ ਕੰਮਕਾਜ ਤੇ ਅਸਰ ਪਵੇਗਾ। ਸਾਲ 2025 ਦੇ ਵਿੱਚ ਲਾਗੂ ਹੋਏ 4 ਨਵੇਂ ਮਜ਼ਦੂਰੀ ਕਾਨੂੰਨ ਦੇ ਵਿਰੁੱਧ ਵਿੱਚ ਟ੍ਰੇਡ ਯੂਨੀਅਨ ਦਾ ਭਾਰਤ ਬੰਦ ਕੀਤਾ ਗਿਆ ਹੈ। ਉਹਨਾਂ ਦਾ ਆਰੋਪ ਹੈ ਕਿ ਇਹ ਨਵੇਂ ਕਾਨੂੰਨ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਦੇ ਹਨ, ਨਾਲ ਹੀ ਕੰਪਨੀਆਂ ਨੂੰ ਕਰਮਚਾਰੀਆਂ ਨੂੰ ਕੱਢਣ ਦੀ ਖੁੱਲੀ ਛੋਟ ਦਿੰਦੇ ਹਨ। ਭਾਰਤ ਬੰਦ ਵਿੱਚ ਅੱਜ ਯਾਨੀ ਕਿ 12 ਫਰਵਰੀ ਨੂੰ ਜਨਤਕ ਪਰਿਵਹਨ, ਬੈਂਕਿੰਗ ਸੇਵਾਵਾਂ ਅਤੇ ਵਿਦਿਅਕ ਸੰਸਥਾਨ ਪ੍ਰਭਾਵਿਤ ਹੋ ਸਕਦੇ ਹਨ। ਇਹ ਬੰਦ ਕੇਂਦਰ ਸਰਕਾਰ ਦੀ ਨੀਤੀਆਂ ਦੇ ਵਿਰੁੱਧ ਵਿੱਚ 10 ਟ੍ਰੇਡ ਯੂਨੀਅਨਾਂ ਦੇ ਸੰਯੁਕਤ ਮੰਚ ਦੁਆਰਾ ਸੱਦਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਭਾਰਤ ਬੰਦ ਦੇ ਸੱਦੇ ਦੇ ਵਿੱਚ ਦੇਸ਼ ਦੀਆਂ ਵੱਖ-ਵੱਖ ਕਿਸਾਨ ਯੂਨੀਅਨਾਂ ਨੇ ਵੀ ਆਪਣਾ ਭਰਪੂਰ ਸਮਰਥਨ ਦਿੱਤਾ ਹੈ। ਦੱਸ ਦਈਏ ਕਿ ਇਸ ਭਾਰਤ ਬੰਦ ਦੇ ਵਿਰੋਧ ਦੇ ਵਿੱਚ ਜੋ ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗਾਂ ਹਨ ਉਹ ਇਸ ਪ੍ਰਕਾਰ ਹਨ ਕਿ ਲੇਬਰ ਕਾਨੂੰਨ ਅਤੇ ਵਪਾਰ ਸਮਝੌਤੇ ਦੇ ਇਲਾਵਾ ਯੂਨੀਅਨਾਂ ਅਤੇ ਕਿਸਾਨਾਂ ਨੇ ਕੁਝ ਹੋਰ ਵੀ ਮੰਗਾਂ ਚੁੱਕੀਆਂ ਹਨ, ਜਿਵੇਂ ਕਿ ਜਨਤਕ ਖੇਤਰ ਦੇ ਇਕਾਈਆਂ ਦੇ ਨਿੱਜੀਕਰਨ ਅਤੇ ਸਰਕਾਰੀ ਨੌਕਰੀਆਂ ਦੇ ਵਿੱਚ ਕਟੌਤੀ ਦਾ ਵਿਰੋਧ ਹੈ, ਵੇਤਨ ਵਿੱਚ ਬੜ੍ਹੋਤਰੀ ਨਾ ਹੋਣਾ, ਮਜ਼ਦੂਰਾਂ ਦੇ ਲਈ ਪਰਿਆਪਤ ਸਮਾਜਿਕ ਸੁਰੱਖਿਆ ਅਤੇ ਸੰਰਕਸ਼ਣ ਦੀ ਕਮੀ, ਰੋਜ਼ਗਾਰ ਗਰੰਟੀ ਨੂੰ ਮਜ਼ਬੂਤ ਕਰਨ ਦੀ ਮੰਗ, ਜਿਸ ਵਿੱਚ ਮਨਰੇਗਾ ਜੈਸੀ ਪੇਂਡੂ ਰੋਜ਼ਗਾਰ ਯੋਜਨਾਵਾਂ ਨੂੰ ਬਹਾਲ ਜਾਂ ਮਜ਼ਬੂਤ ਕਰਨਾ ਸ਼ਾਮਿਲ ਹੈ। ਔਰ ਅਜਿਹੇ ਵਿਧੇਇਕਾਂ ਨੂੰ ਵਾਪਸ ਲੈਣ ਦੀ ਮੰਗ ਹੈ ਜਿਨ੍ਹਾਂ ਨੂੰ ਮਜ਼ਦੂਰਾਂ ਅਤੇ ਗ੍ਰਾਮੀਣ ਸਮੁਦਾਇਆਂ ਦੇ ਲਈ ਪ੍ਰਤੀਕੂਲ ਮੰਨਿਆ ਜਾ ਰਿਹਾ ਹੈ, ਜਿਵੇਂ ਕਿ ਡਰਾਫਟ ਸੀਡ ਬਿੱਲ, ਬਿਜਲੀ ਸੰਸ਼ੋਧਨ ਵਿਧੇਇਕ, VBG ਰਾਮਜੀ ਐਕਟ। ਇਹ ਪ੍ਰਮੁੱਖ ਜੋ ਮੰਗਾਂ ਹਨ ਭਾਰਤ ਬੰਦ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਦੀ। ਇਸ ਵਜੋਂ ਅੱਜ ਭਾਰਤ ਬੰਦ ਸੱਦਿਆ ਗਿਆ ਹੈ ਅਤੇ ਹਰਿਆਣਾ, ਪੰਜਾਬ ਦੇ ਵਿੱਚ ਵੀ ਇਸ ਦਾ ਮਿਲਾ ਜੁਲਾ ਅਸਰ ਜਾ ਸ਼ੁਰੂ ਹੋਇਆ। ਅਜੇ ਦਿਨ ਦੀ ਜਿਵੇਂ ਸ਼ੁਰੂਆਤ ਹੋਏਗੀ, ਦੁਪਹਿਰ ਤੱਕ ਤਸਵੀਰਾਂ ਸਾਫ਼ ਤੌਰ ਤੇ ਸਾਹਮਣੇ ਆਉਣਗੀਆਂ ਕਿ ਉੱਤਰ ਭਾਰਤ ਦੇ ਵਿੱਚ ਇਸ ਦਾ ਕਿਸ ਤਰੀਕੇ ਦਾ ਅਸਰ ਦਿਖਾਈ ਦਿੰਦਾ ਹੈ। ਫਿਲਹਾਲ ਭਾਰਤ ਬੰਦ ਦੀ ਇਹ ਜਿਹੜੀ ਝਲਕ ਕੋਲਕਾਤਾ ਤੇ ਉੜੀਸਾ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ, ਉੱਥੇ ਦੇਖਣ ਨੂੰ ਮਿਲ ਰਿਹਾ ਹੈ। ਉੱਤਰ ਭਾਰਤ ਦੇ ਵਿੱਚ ਇਸ ਦਾ ਅਸਰ ਦਿਨ ਚੜ੍ਹਨ ਤੋਂ ਬਾਅਦ ਹੀ ਵੇਖਣ ਨੂੰ ਮਿਲੇਗਾ। Prashant Kumar Mishra, State Secretary, Communist Party of India. Sir, today you called a Bharat Bandh. So what you demand and how you... Today all the central trade unions have called for a Bharat Bandh general strike in the national level, and we are participating in the state capital of Odisha. Today all the left parties, Congress, BJD, all supported this bandh because this is against the interest of the common people and the workers of the entire country. The present government is pursuing the policy of anti-people policy against the workers, against the peasants, against the youth and against the students of this country. They want to snatch away the rights of the workers from their legitimate rights, and they want to implement the 4 labor codes which will snatch away their right to work for 8 hours. Instead of, they want to introduce 10 hours to 12 hours work period. This is a very sentimental issue against the workers, and we, the people of Odisha and the political parties, especially Communist Party of India, we strongly support this bandh, and the bandh will lead towards a heavy block to the NDA government. And in the present context, the NDA government, which is pursuing and which is compromising with the corporate houses, we want to give a blow to this through this bandh. So how is the bandh? The bandh is very successful. Around 30 crores of people have come to the streets to protest against the illegal, unlegitimate policies of the central government. And we think in the coming days, the central government will take lesson from this and will withdraw all these anti-people policies, labor code, like they want to replace NREGA in place of BBG Ramji. They want to introduce Vidyut Bill 2025. They want to introduce Shanti Bill 2025. All we are opposing that these are all anti-people, anti-national things they are doing in the name of central government and in the name of the power they are enjoying.
We hope we want to restore the constitutional right we have achieved throughout the entire period. We have fought for this. We have achieved the constitutional right. They want to destroy the constitutional right. We are against that.